Morning student, I hope you all are well. Today we are going to start our fifth chapter कागज़ दी किश्ती जो कि ਖਵਾਜਾ ਖਿਜਰ ਦੁਆਰਾ ਰਚਿਤ ਹੈ। ਪਾਠ ਕਾਗਜ਼ ਦੀ ਕਿਸ਼ਤੀ ਵਿੱਚ ਤੁਹਾਨੂੰ ਬੱਚਿਓ ਬਚਪਨ ਦੇ ਰੰਗੀਨ ਖੂਬਸੂਰਤ ਦਿਨਾਂ ਬਾਰੇ ਯਾਦ ਆਵੇਗੀ ਕਿ ਕਿਸ ਤਰ੍ਹਾਂ ਅਸੀਂ ਬਚਪਨ ਵਿੱਚ ਬਿਨਾਂ ਕਿਸੇ ਡਰ ਖੇਲਦੇ ਕੁੱਦਦੇ ਸਾਂ। ਇਸ ਪਾਠ ਵਿੱਚ ਤੁਹਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲੇਗਾ, ਜਿਵੇਂ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਪੂਰਾ ਕਰਨਾ ਹੈ ਅਤੇ ਹੱਥੀਂ ਕੰਮ ਕਿਵੇਂ ਕਰਨਾ ਹੈ ਅਤੇ ਵੱਡਿਆਂ ਦਾ ਆਦਰ ਕਿਵੇਂ ਕਰਨਾ ਹੈ। ਸੋ ਆਪਾਂ ਪਾਠ ਸ਼ੁਰੂ ਕਰਦੇ ਹਾਂ ਬੱਚੇ। ਕਾਗਜ਼ ਦੀ ਕਿਸ਼ਤੀ। ਸੋ ਬੱਚੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਬਚਪਨ ਹੁੰਦਾ ਹੈ ਉਹ ਬੇਪਰਵਾਹ ਅਤੇ ਅਲਮਸਤ ਹੁੰਦਾ ਹੈ। ਬਚਪਨ ਵਿੱਚ ਹਰ ਮਸਤੀ, ਹਰ ਕੰਮ ਵਿੱਚ ਸ਼ਰਾਰਤ ਲੁਕੀ ਹੁੰਦੀ ਹੈ, ਜੋ ਕਿ ਸਾਡੇ ਲਈ ਬਹੁਤ ਸਧਾਰਨ ਹੁੰਦਾ ਹੈ। ਹਰ ਬੱਚੇ ਵਿੱਚ ਇੱਕ ਮਸਤੀ ਹੁੰਦੀ ਹੈ ਅਤੇ ਉਹ ਉਸ ਨੂੰ ਜ਼ਾਹਿਰ ਕਰਦਾ ਹੈ ਅਤੇ ਸਾਨੂੰ ਇਸ ਤਰ੍ਹਾਂ ਦੀ ਹਰ ਸ਼ਰਾਰਤ ਤੋਂ ਰੋਕਿਆ ਜਾਂਦਾ ਸੀ। ਮੌਸਮ ਦੀ ਗਰਮੀ ਸਰਦੀ ਤੋਂ ਬੇਪਰਵਾਹ ਨਾ ਕਰਦਿਆਂ, ਗਰਮੀ 'ਤੇ ਨਾ ਸਰਦੀ ਪਸੀਨਾ ਆਵੇ ਅਤੇ ਨਾ ਕੋਈ ਪ੍ਰਵਾਹ ਨਹੀਂ, ਕਿਹੋ ਜਿਹੇ ਕੱਪੜੇ ਪਾਏ ਹੋਏ ਹਨ ਉਸ ਦੀ ਵੀ ਕੋਈ ਚਿੰਤਾ ਨਹੀਂ ਸੀ ਹੁੰਦੀ। ਰੋਂਦੇ ਰੋਂਦੇ ਇਹ ਵੀ ਦੱਸਣਾ ਭੁੱਲ ਜਾਂਦੇ ਸਾਂ ਕਿ ਕਾਹਦੇ ਵਾਸਤੇ ਅਸੀਂ ਰੋ ਰਹੇ ਸਾਂ। ਕਿਸੇ ਨੇ ਮਾਰਨਾ ਤਾਂ ਦੰਦਾਂ ਹੇਠ ਜੀਭ ਦੇ ਕੇ ਜਰ ਲੈਣਾ, ਫਿਰ ਦੋ ਪਈਆਂ ਵਿਸਰ ਗਈਆਂ ਵਾਂਗ ਮੁੜ ਜਾਣਾ, ਉਹੇ ਜਿਹੇ ਹੋ ਜਾਣਾ। ਭਾਵ ਕਿ ਗਾਲਾਂ ਪਈਆਂ 'ਤੇ ਵੀ ਅਸੀਂ ਉਹੋ ਜਿਹੇ ਦੁਬਾਰਾ ਮੁੜ ਹੋ ਜਾਂਦੇ ਸਾਂ। ਬਚਪਨ ਵਿੱਚ ਮੌਜ ਹੁੰਦੀ ਸੀ, ਸਾਰਾ ਦਿਨ ਖੇਡਣਾ, ਘੁੰਮਣਾ ਫਿਰਨਾ ਅਤੇ ਪੜ੍ਹਨ ਬੈਠ ਜਾਣਾ। ਪੜ੍ਹਨਾ ਵੀ ਬਹੁਤ ਮਜਬੂਰੀ ਨਾਲ ਉਦੋਂ ਹੁੰਦਾ ਸੀ ਬੱਚੇ, ਕਿਉਂਕਿ ਸਕੂਲ ਦਾ ਡਰ ਹੁੰਦਾ ਸੀ ਅਤੇ ਮਾਪਿਆਂ ਦੀਆਂ ਝਿੜਕਾਂ ਪੈਣ ਦਾ ਡਰ ਹੁੰਦਾ ਸੀ। ਇੱਕ ਪਾਸੇ ਕਿਤਾਬਾਂ ਲੈ ਕੇ ਆਪਾਂ ਬਹਿ ਜਾਂਦੇ ਸੀ ਅਤੇ ਪੜ੍ਹਦੇ ਰਹਿਣਾ। ਇਸ ਲਈ ਪੜ੍ਹਨਾ ਵੀ ਚੰਗਾ ਨਹੀਂ ਸੀ ਲੱਗਦਾ, ਬਸ ਦਿਖਾਉਣ ਵਾਸਤੇ ਹੀ ਪੜ੍ਹਨਾ ਹੁੰਦਾ ਸੀ। ਜਦੋਂ ਦੇਖਣਾ ਕਿ ਕਾਫੀ ਦੇਰ ਹੋ ਗਈ ਹੈ ਤਾਂ ਕਿਤਾਬਾਂ ਇੱਕ ਪਾਸੇ ਰੱਖ ਕੇ ਖਿਸਕ ਜਾਣਾ ਅਤੇ ਖੇਡਣ ਲੱਗ ਜਾਣਾ। ਖੇਡਣਾ ਬੱਚੇ ਬਹੁਤ ਸਰੀਰਕ ਹੁੰਦਾ ਹੈ। ਗਰੀਬੀ ਦੇ ਦਿਨਾਂ ਵਿੱਚ ਮਾਪੇ ਬਹੁਤੀਆਂ ਖੇਡਾਂ ਲੈ ਕੇ ਨਹੀਂ ਸੀ ਦੇ ਸਕਦੇ, ਇਸ ਲਈ ਸਾਨੂੰ ਕਦੇ ਕਦੇ ਲੁਕਣ ਮਿੱਟੀ, ਛੂਹਣ ਛੁਹਾਈ ਖੇਡਾਂ, ਚੋਰ ਸਿਪਾਹੀ ਖੇਡਾਂ, ਭੱਜਦੇ ਦੌੜਦੇ ਦੋਸਤੀਆਂ ਪੈਣਾ, ਇੱਕ ਦੂਜੇ ਦੇ ਸਕੂਲਾਂ ਬਾਰੇ ਗੱਲਾਂ ਕਰਨੀਆਂ, ਇੰਝ ਬਚਪਨ ਦੇ ਮਿੱਠੇ ਮਿੱਠੇ ਜਿਹੜੇ ਦਿਨ ਸੀਗੇ ਉਹ ਲੰਘਦੇ ਜਾਂਦੇ ਸਨ। ਜੇ ਕੋਈ ਮੇਲਾ ਆਉਣਾ ਤਾਂ ਮੇਲੇ ਦਾ ਚਾਅ, ਰੱਖੜੀ, ਦੁਸਹਿਰਾ, ਦਿਵਾਲੀ, ਬਸੰਤ ਰੁੱਤ, ਸਾਡੇ ਕੋਲ ਕਿੰਨਾ ਕੁਝ ਹੁੰਦਾ ਸੀ ਜਿਸ ਦਾ ਚਾਅ ਬਣਿਆ ਰਹਿੰਦਾ ਸੀ। ਰਾਮਲੀਲਾ ਦੀਆਂ ਗੱਲਾਂ ਕਰਨੀਆਂ, ਰਾਵਣ ਦੇ ਸਿਰ ਕਿਵੇਂ ਉੱਗਦੇ ਸਨ, ਲਛਮਣ ਕਿਵੇਂ ਬੇਹੋਸ਼ ਹੋਇਆ, ਹਨੂੰਮਾਨ ਦੀ ਪੂੰਛ ਦਾ ਕੀ ਬਣਿਆ, ਅਸੀਂ ਆਪੋ ਆਪਣੀਆਂ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਸਨ। ਕਦੇ ਆਪਣੀ ਰਾਮਲੀਲਾ ਖੇਡਣੀ ਸ਼ੁਰੂ ਕਰ ਦੇਣੀ, ਦੁਸਹਿਰੇ ਲਈ ਰਾਵਣ ਬਣਾਉਣਾ, ਕੁੰਭਕਰਨ, ਮੇਘਮਤ ਦੇ ਪੁਤਲੇ ਬਣਾਉਣਾ ਅਤੇ ਫਿਰ ਉਹਨਾਂ ਦੁਸਹਿਰੇ ਵਾਲੇ ਦਿਨ ਉਹਨਾਂ ਨੂੰ ਅਗਨ ਭੇਂਟ ਕਰਨਾ। ਇਹ ਸਾਰਾ ਕੁਝ ਸੀਗਾ ਜਿਹੜਾ ਬੱਚੇ ਉਹ ਆਪਣੇ ਬਚਪਨ ਵਿੱਚ ਅਸੀਂ ਕਰਦੇ ਸਾਂ। ਅਤੇ ਇੱਕ ਹੋਰ ਆਪਣੀ ਦੇਸੀ ਖੇਡ ਹੁੰਦੀ ਸੀ ਕਿ ਜ਼ਿੰਦਗੀ ਵਿੱਚ ਜਦੋਂ ਬਰਸਾਤ ਹੁੰਦੀ ਸੀ, ਬਰਸਾਤ ਦੇ ਦਿਨਾਂ ਵਿੱਚ ਆਪਾਂ ਖੂਬ ਨਹਾਉਂਦੇ ਸਾਂ। ਵਰਦੇ ਮੀਂਹ ਵਿੱਚ ਦੇਰ ਤੱਕ ਨਹਾਉਣਾ, ਘਰਦਿਆਂ ਨੇ ਰੋਕਣਾ ਪਰ ਕਿਸੇ ਦੀ ਪਰਵਾਹ ਨਾ ਕਰਨੀ ਅਤੇ ਖੂਬ ਮਸਤੀ ਕਰਨੀ। ਗਲੀ ਵਿੱਚ, ਸੜਕ ਉੱਪਰ, ਪਾਣੀ ਵਿੱਚ ਤਾਰੀਆਂ ਲਾਉਣਾ, ਬੱਦਲਾਂ ਨੂੰ ਹੋਰ ਮੀਂਹ ਪਾਉਣ ਲਈ ਆਖਣਾ, ਨੰਗ ਢੜੰਗੇ ਬੱਦਲਾਂ ਨਾਲ ਸ਼ਰਤ ਲਾਉਣੀ ਕਿ ਜਦੋਂ ਮੀਂਹ ਰੁਕ ਜਾਣਾ ਤਾਂ ਸਾਰਿਆਂ ਨੇ ਬਾਹਰ ਤੁਰ ਪੈਣਾ। ਸੋ ਬੱਚੇ, ਜਦੋਂ ਸੜਕ ਜਾਂ ਗਲੀ ਵਿੱਚ ਪਾਣੀ ਸੁੱਕ ਜਾਂਦਾ ਸੀ, ਅਸੀਂ ਨੇੜੇ ਦੇ ਟੋਭੇ ਉੱਪਰ ਇਕੱਠੇ ਹੋ ਜਾਂਦੇ ਸਨ, ਕਿਸ਼ਤੀਆਂ ਵਾਸਤੇ ਨਵੀਂ ਥਾਂ ਲੱਭਦੇ ਸਨ। ਅਤੇ ਇੱਕ ਵਾਰੀ ਸਾਰਾ ਪਾਣੀ ਜਦੋਂ ਸੁੱਕ ਜਾਂਦਾ, ਸਾਨੂੰ ਕਿਸੇ ਨੇ ਦੱਸਿਆ ਸੀ ਕਿ ਸਾਰੀਆਂ ਕਿਸ਼ਤੀਆਂ ਦਾ ਜਿਹੜਾ ਮਾਲਕ ਹੁੰਦਾ ਹੈ ਉਹ ਖਵਾਜਾ ਹੁੰਦਾ ਹੈ। ਖਵਾਜਾ ਬੱਚੇ ਤੁਹਾਨੂੰ ਦੱਸ ਦੇਵਾਂ ਮੈਂ ਇੱਥੇ ਕੀ ਹੁੰਦਾ ਹੈ। ਖਵਾਜਾ ਇੱਥੇ ਬੱਚੇ ਉਸ ਨੂੰ ਕਿਹਾ ਗਿਆ ਹੈ ਜੋ ਪਾਣੀ ਦਾ ਦੇਵਤਾ ਹੈ। ਖਵਾਜਾ ਕੀ ਹੁੰਦਾ ਹੈ? ਪਾਣੀ ਦਾ ਦੇਵਤਾ। ਤਾਂ ਬੱਚੇ, ਜਿਹੜੇ ਪਾਣੀ ਦਾ ਦੇਵਤਾ ਹੈ, ਜਿਹੜਾ ਖਵਾਜਾ ਹੈ, ਉਹ ਸਾਰੀਆਂ ਕਿਸ਼ਤੀਆਂ ਦਾ ਮਾਲਕ ਹੁੰਦਾ ਹੈ ਅਤੇ ਫਿਰ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦਾ ਹੈ। ਭਾਵ ਕਿ ਇੱਥੇ ਦੱਸਿਆ ਗਿਆ ਕਿ ਜਿਹੜਾ ਖਵਾਜਾ ਹੈ ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦਾ ਹੈ। ਇਸ ਬਾਰੇ ਅਸੀਂ ਕਿੰਨੀ ਦੇਰ ਤੱਕ ਸਲਾਹ ਕਰਦੇ ਰਹੇ ਕਿ ਇੱਕ ਵਿਚਾਰ ਆਇਆ ਕਿ ਅਸੀਂ ਖਵਾਜੇ ਨੂੰ ਆਪਣੀ ਗੱਲ ਲਿਖ ਕੇ ਭੇਜੀਏ। ਇਹ ਗੱਲ ਸਾਰਿਆਂ ਨੂੰ ਚੰਗੀ ਲੱਗੀ। ਫੈਸਲਾ ਕੀਤਾ ਕਿ ਖਵਾਜੇ ਕੋਲੋਂ ਜੋ ਮੰਗਣਾ ਹੋਵੇ ਉਸ ਨੂੰ ਕਾਗਜ਼ 'ਤੇ ਲਿਖ ਕੇ ਕਿਸ਼ਤੀ ਵਿੱਚ ਰੱਖ ਦਈਏ, ਖਵਾਜਾ ਪੜ੍ਹ ਲਵੇਗਾ। ਇਹ ਜਾਣ ਕੇ ਸਾਨੂੰ ਕਿੰਨੀ ਖੁਸ਼ੀ ਹੋਈ ਅਸੀਂ ਨਹੀਂ ਦੱਸ ਸਕਦੇ ਕਿ ਜਿਵੇਂ ਸਾਨੂੰ ਗਿੱਦੜ ਸਿੰਘੀ ਮਿਲ ਗਈ ਹੋਵੇ। ਗਿੱਦੜ ਸਿੰਘੀ ਕੀ ਹੁੰਦੀ ਹੈ ਬੱਚੇ? ਇੱਕ ਗੁਠਲੀ ਹੁੰਦੀ ਹੈ ਜੋ ਕਾਠ ਦੇ ਬੇਰ ਤੋਂ ਵੀ ਵੱਡੀ ਹੁੰਦੀ ਹੈ। ਇਸ ਉੱਪਰ ਨਿੱਕੇ ਨਿੱਕੇ ਵਾਲ ਉੱਗੇ ਹੁੰਦੇ ਹਨ, ਉਹਨੂੰ ਅਸੀਂ ਗਿੱਦੜ ਸਿੰਘੀ ਕਹਿੰਦੇ ਹਾਂ।
ਠੁਮਕ ਠੁਮਕ ਕਿਸ਼ਤੀਆਂ ਹੌਲੀ ਹੌਲੀ ਪਾਣੀ ਉੱਪਰ ਤਰਦੀਆਂ ਜਾਂਦੀਆਂ ਅਤੇ ਆਪਣੇ ਨਿੱਕੇ ਨਿੱਕੇ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕਰਦੇ ਕਿ ਹੇ ਰੱਬਾ ਸਾਡੀਆਂ ਕਿਸ਼ਤੀਆਂ ਖਵਾਜੇ ਕੋਲ ਜ਼ਰੂਰ ਪਹੁੰਚ ਜਾਣ। ਘਰ ਨੂੰ ਵਾਪਸ ਪਰਤਦਿਆਂ ਅਸੀਂ ਇੱਕ ਦੂਜੇ ਤੋਂ ਇਹ ਵੀ ਪੁੱਛਦੇ ਕਿ ਤੂੰ ਕੀ ਮੰਗਿਆ, ਤੂੰ ਕੀ ਮੰਗਿਆ। ਸਾਨੂੰ ਲੱਗਦਾ ਕਿ ਸ਼ਾਮ ਤੱਕ ਖਵਾਜਾ ਸਾਡੀਆਂ ਮੰਗਾਂ ਪੜ੍ਹ ਲਵੇਗਾ ਅਤੇ ਫਿਰ ਅਗਲੇ ਦਿਨ ਤੋਂ ਹੀ ਮੰਗਾਂ ਪੂਰੀਆਂ ਸ਼ੁਰੂ ਹੋ ਜਾਣੀਆਂ ਹਨ। ਇਹ ਕਿਹੜਾ ਔਖਾ ਕੰਮ ਸੀ ਖਵਾਜੇ ਵਾਸਤੇ। ਕਿਸੇ ਨੇ ਖਵਾਜੇ ਤੋਂ ਬਰਫੀ ਮੰਗੀ, ਕਿਸੇ ਨੇ ਫੁੱਲਝੜੀਆਂ ਮੰਗੀਆਂ, ਕਿਸੇ ਨੇ ਚਾਬੀ ਵਾਲੀ ਕਾਰ ਮੰਗੀ, ਕਿਸੇ ਨੇ ਸੋਹਣੀ ਗੁਰਗਾਬੀ ਮੰਗੀ। ਇੱਕ ਦੂਜੇ ਦੀਆਂ ਮੰਗਾਂ ਸੁਣ ਕੇ ਹਰ ਇੱਕ ਨੂੰ ਲੱਗਿਆ ਕਿ ਕਿਸੇ ਨੇ ਕੁਝ ਘੱਟ ਮੰਗਿਆ ਹੈ, ਪਰ ਇਹ ਗੱਲ ਕੋਈ ਇੱਕ ਦੂਜੇ ਨੂੰ ਨਾ ਦੱਸਦਾ, ਕਿਉਂਕਿ ਮੁੜ ਕੇ ਫੈਸਲਾ ਕੀਤਾ ਕਿ ਕੱਲ੍ਹ ਖਵਾਜੇ ਵੱਲ ਫੇਰ ਕਿਸ਼ਤੀਆਂ ਭੇਜਣੀਆਂ ਹਨ। ਅਸੀਂ ਆਪੋ ਆਪਣੀਆਂ ਚੀਜ਼ਾਂ ਦੇ ਸੁਫਨੇ ਲੈਂਦੇ ਸੌਂ ਗਏ। ਸੋ ਇਹ ਗੱਲ ਬੱਚੇ ਆਪੋ ਆਪਣੀ ਥਾਂ ਸਾਰਿਆਂ ਦੇ ਮਨ ਵਿੱਚ ਸੀ ਕਿ ਅਗਲੀ ਵਾਰੀ ਉਹ ਜ਼ਰੂਰ ਚੱਜ ਦੀ ਚੀਜ਼ ਮੰਗਣਗੇ, ਨਾਲੇ ਇਹ ਵੀ ਪਤਾ ਲੱਗ ਜਾਏਗਾ ਕਿ ਖਵਾਜਾ ਉਹਨਾਂ ਦੀ ਗੱਲ ਪੂਰੀ ਕਰਦਾ ਹੈ ਵੀ ਜਾਂ ਨਹੀਂ। ਸਾਡੇ ਵਿੱਚੋਂ ਇੱਕ ਦੇ ਦਿਮਾਗ ਵਿੱਚ ਇਹ ਵੀ ਵਿਚਾਰ ਆਇਆ ਕਿ ਖਵਾਜਾ ਪੜ੍ਹਿਆ ਲਿਖਿਆ ਹੈ ਕਿ ਨਹੀਂ। ਖੌਰੇ ਉਸਨੂੰ ਸਾਡੀ ਭਾਸ਼ਾ ਸਮਝ ਹੀ ਨਾ ਆਵੇ, ਉਸਨੂੰ ਪੰਜਾਬੀ ਆਉਂਦੀ ਹੀ ਨਾ ਹੋਵੇ। ਸਾਰਾ ਦਿਨ ਸਕੂਲ ਤੋਂ ਬਾਅਦ ਇਸ ਗੱਲ ਉੱਪਰ ਵਿਚਾਰ ਹੁੰਦਾ ਰਿਹਾ। ਉਸਨੇ ਕਿਹਾ ਕਿ ਖਵਾਜੇ ਨੂੰ ਤਾਂ ਉਰਦੂ ਹੀ ਆਉਂਦੀ ਹੈ, ਜੋ ਮੁੰਸ਼ੀ ਜੀ ਲਿਖਦੇ ਹਨ। ਖਵਾਜਾ ਮੁਸਲਮਾਨ ਹੈ ਅਤੇ ਉਸ ਨੂੰ ਤਾਂ ਸਿਰਫ ਉਰਦੂ ਹੀ ਪੜ੍ਹਨੀ ਆਉਂਦੀ ਹੋਵੇਗੀ। ਬੜਾ ਸ਼ਸ਼ੋ ਪੰਜ ਰਿਹਾ ਕਿ ਖੌਰੇ ਕੀ ਹੋਵੇਗਾ। ਸੋ ਬੱਚੇ ਹੁਣ ਮੈਂ ਤੁਹਾਨੂੰ ਇਸ ਵਿੱਚੋਂ ਕੁਝ ਸਵਾਲ ਪੁੱਛਾਂਗੇ, ਤੁਸੀਂ ਉਸਦੇ ਉੱਤਰ ਦੇਣੇ ਹਨ। ਪਹਿਲਾ, ਬਚਪਨ ਕਿਹੋ ਜਿਹਾ ਹੁੰਦਾ ਹੈ। ਦੂਜਾ, ਬੱਚਿਆਂ ਦੇ ਹਰ ਕੰਮ ਵਿੱਚ ਕੀ ਲੁਕਿਆ ਹੁੰਦਾ ਹੈ। ਤੀਜਾ, ਬਚਪਨ ਦੇ ਦਿਨ ਕਿਸ ਤਰ੍ਹਾਂ ਲੰਘਦੇ ਹਨ। ਸੋ ਬੱਚੇ ਸਾਨੂੰ ਲੱਗਿਆ ਕਿ ਖਵਾਜਾ ਜਿਹੜਾ ਸੀਗਾ ਹੁਣ ਸਿਰਫ ਉਸਦੀ ਹੀ ਗੱਲ ਸੁਣੇਗਾ, ਬਾਕੀਆਂ ਦੀਆਂ ਮੰਗਾਂ ਤਾਂ ਅਧੂਰੀਆਂ ਰਹਿ ਜਾਣਗੀਆਂ। ਭਾਵ ਕਿ ਜੋ ਮੁੰਸ਼ੀ ਜੀ ਰਿਟਾਇਰ ਹੋਏ ਸਨ, ਖਵਾਜਾ ਉਹਨਾਂ ਦੀ ਹੀ ਗੱਲ ਸੁਣੇਗਾ, ਬਾਕੀ ਦੀਆਂ ਜਿਹੜੀਆਂ ਇੱਛਾਵਾਂ ਹਨ ਉਹਨਾਂ ਦੀਆਂ ਅਧੂਰੀਆਂ ਰਹਿ ਜਾਣਗੀਆਂ। ਸਾਨੂੰ ਬੜੀ ਚਿੰਤਾ ਲੱਗੀ ਹੋਈ ਸੀ। ਅਸੀਂ ਆਪੋ ਆਪਣੇ ਘਰ ਵਿੱਚ ਸਾਰਿਆਂ ਤੋਂ ਪੁੱਛਿਆ ਕਿ ਕਿਸੇ ਨੂੰ ਉਰਦੂ ਆਉਂਦੀ ਹੈ, ਪਰ ਕੋਈ ਵੀ ਉਰਦੂ ਨਹੀਂ ਸੀ ਜਾਣਦਾ। ਬੰਟੀ ਦੇ ਜਿਹੜੇ ਨਾਨਾ ਜੀ ਸੀ ਉਹ ਫੌਜ ਵਿੱਚ ਰਹੇ ਸਨ, ਉਹਨਾਂ ਨੂੰ ਉਰਦੂ ਆਉਂਦੀ ਸੀ। ਸਾਰਿਆਂ ਨੇ ਨਿੰਨੀ ਨੂੰ ਹੀ ਮਨਾਇਆ ਕਿ ਉਹ ਇੱਕ ਕਾਗਜ਼ ਉੱਪਰ ਸਾਰਿਆਂ ਦੀਆਂ ਚੀਜ਼ਾਂ ਲਿਖਵਾ ਕੇ ਲੈ ਆਏਗਾ। ਇਹ ਵੀ ਹੋ ਗਿਆ, ਪਰ ਹੁਣ ਮਸਲਾ ਖੜਾ ਹੋ ਗਿਆ ਕਿ ਉਰਦੂ ਸਾਡੇ 'ਚੋਂ ਕਿਸੇ ਨੂੰ ਵੀ ਨਹੀਂ ਆਉਂਦੀ। ਇਹ ਪਤਾ ਲਾਉਣਾ ਹੋਰ ਵੀ ਔਖਾ ਸੀ ਕਿ ਇਸ ਵਿੱਚ ਹਰ ਇੱਕ ਦੀ ਮਨਪਸੰਦ ਚੀਜ਼ ਲਿਖੀ ਹੋਈ ਹੈ। ਕੁਝ ਦੇਰ ਸੋਚਣ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਇੱਕ ਹੀ ਕਿਸ਼ਤੀ ਬਣਾ ਕੇ ਉਸ ਵਿੱਚ ਇਹ ਕਾਗਜ਼ ਰੱਖ ਦਿੱਤਾ ਜਾਵੇ। ਜਦੋਂ ਖਵਾਜਾ ਚੀਜ਼ਾਂ ਭਰੇਗਾ ਅਸੀਂ ਆਪੋ ਆਪਣੀ ਚੀਜ਼ ਚੁੱਕ ਲਵਾਂਗੇ। ਇੱਕ ਕਿਸ਼ਤੀ ਬਣਾਈ ਗਈ, ਸਾਂਝੀ ਕਿਸ਼ਤੀ, ਜਿਸ ਵਿੱਚ ਉਸ ਕਾਗਜ਼ ਨੂੰ ਬਹੁਤ ਧਿਆਨ ਨਾਲ ਤੈਅ ਕਰਕੇ ਰੱਖ ਦਿੱਤਾ ਗਿਆ। ਇੱਕ ਹੋਰ ਪਰਚੀ ਵਿੱਚ ਪੰਜਾਬੀ ਵਿੱਚ ਲਿਖ ਦਿੱਤਾ ਗਿਆ ਅਤੇ ਖਵਾਜਾ ਸਾਡਾ ਸਾਰਿਆਂ ਦਾ ਧਿਆਨ ਰੱਖੀ, ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਸਾਡੀਆਂ ਮੰਗੀਆਂ ਹੋਈਆਂ ਚੀਜ਼ਾਂ ਜਲਦੀ ਹੀ ਭੇਜ ਦੇਵੀਂ। ਕਿਸ਼ਤੀ ਨੂੰ ਪਾਣੀ ਵਿੱਚ ਤਾਰ ਕੇ ਅਸੀਂ ਬਹੁਤ ਖੁਸ਼ ਹੋਏ। ਸਾਨੂੰ ਲੱਗਿਆ ਕਿ ਸਾਡੀ ਵੱਡੀ ਮੁਹਿੰਮ ਸ਼ੁਰੂ ਹੋ ਗਈ ਹੈ। 2 ਕੁ ਦਿਨ ਅਸੀਂ ਖਵਾਜੇ ਦੀ ਉਡੀਕ ਰੱਖੀ। ਸਾਨੂੰ ਲੱਗਦਾ ਕਿ ਖਵਾਜਾ ਆਵੇਗਾ ਅਤੇ ਹਰ ਇੱਕ ਨੂੰ ਉਸਦੀ ਇੱਛਾ ਅਨੁਸਾਰ ਜਿਹੜੀ ਚੀਜ਼ ਹੈ ਉਹ ਮਿਲ ਜਾਵੇਗੀ। ਅਸੀਂ ਇੱਕ ਦੂਜੇ ਨੂੰ ਪੁੱਛਦੇ ਹਾਂ ਕਿ ਖਵਾਜਾ ਦੇਖਿਆ, ਖਵਾਜਾ ਦੇਖਿਆ। ਇਹ ਸਾਰਾ ਕੁਝ ਇਸ਼ਾਰਿਆਂ ਵਿੱਚ ਹੀ ਅਸੀਂ ਕਰਦੇ ਰਹਿੰਦੇ, ਪਰ ਖਵਾਜੇ ਦਾ ਕੁਝ ਵੀ ਪਤਾ ਨਹੀਂ ਸੀ। ਅਗਲੇ ਦਿਨ ਐਤਵਾਰ ਦਾ ਦਿਨ ਸੀ। ਅਸੀਂ ਉਸ ਨਹਿਰ 'ਤੇ ਜਾਣ ਦਾ ਪ੍ਰੋਗਰਾਮ ਬਣਾਇਆ, ਪਰ ਉੱਥੇ ਜਾ ਕੇ ਕੁਝ ਨਾ ਦਿਖਿਆ। ਉਹ ਸਾਨੂੰ ਹੈਰਾਨ ਕਰਨ ਵੱਲ ਦੇਣ ਵਾਲਾ ਸੀ ਕਿ ਜਿੱਥੋਂ ਅਸੀਂ ਕਿਸ਼ਤੀ ਭੇਜੀ ਸੀ ਉੱਥੇ ਇਹ ਇੱਕ ਹੋਰ ਕਿਸ਼ਤੀ ਲੱਗੀ ਹੋਈ ਸੀ। ਉਸ ਵਿੱਚ ਇੱਕ ਪਰਚੀ ਆਈ ਸੀ। ਅਸੀਂ ਭੱਜ ਕੇ ਉਹ ਕਿਸ਼ਤੀ ਚੁੱਕ ਲਈ ਅਤੇ ਉਹ ਕਾਗਜ਼ ਖੋਲ੍ਹ ਕੇ ਪੜ੍ਹਿਆ। ਬੱਚਿਓ, ਤੁਹਾਡੀਆਂ ਚੀਜ਼ਾਂ ਦੀ ਸੂਚੀ ਮਿਲ ਗਈ ਹੈ, ਪਰ ਤੁਹਾਨੂੰ ਮੇਰੀਆਂ 3 ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਭਾਵ 3 ਗੱਲਾਂ ਉਹਨਾਂ ਨੂੰ ਖਵਾਜਾ ਕਹਿੰਦਾ ਕਿ ਤੁਹਾਨੂੰ ਮੰਨਣੀਆਂ ਪੈਣਗੀਆਂ। ਪਹਿਲਾਂ ਤੁਸੀਂ ਸਾਰੇ ਆਪੋ ਆਪਣੇ ਘਰਦਿਆਂ ਦਾ ਕਹਿਣਾ ਮੰਨੋਗੇ। ਦੂਜਾ, ਰੋਜ਼ 2 ਘੰਟੇ ਜੀ ਲਾ ਕੇ ਪੜ੍ਹਾਈ ਕਰੋਗੇ। ਤੀਜਾ, ਮੇਰੇ ਬਾਰੇ ਕਿਸੇ ਵੀ ਨਾਲ ਗੱਲ ਨਹੀਂ ਕਰੋਗੇ। ਕਾਗਜ਼ ਪੜ੍ਹ ਕੇ ਸਾਡੇ ਸਾਹ ਸੁੱਕ ਗਏ, ਜਿਵੇਂ ਸਾਡੀ ਚੋਰੀ ਫੜੀ ਗਈ ਹੋਵੇ। ਉਸ ਦਿਨ ਤੋਂ ਬਾਅਦ ਅਸੀਂ ਕਦੇ ਨਹਿਰ 'ਤੇ ਨਹੀਂ ਗਏ। ਜਿਵੇਂ ਖਵਾਜੇ ਨੇ ਲਿਖਿਆ ਸੀ ਉਸੇ ਤਰ੍ਹਾਂ ਕਰਨ ਲੱਗੇ। ਸਾਡੇ ਘਰ ਦੇ ਮੈਂਬਰ ਵੀ ਹੈਰਾਨ ਹੋ ਗਏ ਕਿ ਇਹ ਸ਼ੈਤਾਨ ਬੱਚੇ ਸੁਧਰ ਕਿਵੇਂ ਗਏ। ਹੌਲੀ ਹੌਲੀ ਸਾਨੂੰ ਪੜ੍ਹਨ ਅਤੇ ਆਖੇ ਲੱਗਣ ਦੀ ਆਦਤ ਪੈ ਗਈ। ਸਾਨੂੰ ਹਰ ਪਾਸਿਓਂ ਸ਼ਾਬਾਸ਼ ਮਿਲਣ ਲੱਗੀ। ਅਸੀਂ ਆਪੋ ਆਪਣੀ ਜਮਾਤ 'ਚੋਂ ਅੱਵਲ ਰਹਿਣ ਲੱਗੇ। ਪੜ੍ਹਾਈ ਚੰਗੀ ਹੋ ਗਈ, ਮਿਹਨਤ ਦੀ ਆਦਤ ਪੈ ਗਈ। ਝਿੜਕਾਂ ਜਿਹੜੀਆਂ ਸੀਗੀਆਂ ਉਹ ਵੀ ਸਾਡੀਆਂ ਘੱਟ ਹੋ ਗਈਆਂ। ਅਸੀਂ ਫਿਰ ਤੋਂ ਕਾਲਜ ਅਤੇ ਫਿਰ ਚੰਗੀਆਂ ਥਾਵਾਂ 'ਤੇ ਰੁਜ਼ਗਾਰ ਲਈ ਚਲੇ ਗਏ। ਫਿਰ ਸਾਨੂੰ ਕਿਸੇ ਨੂੰ ਕੋਈ ਵੀ ਚੀਜ਼ ਮੰਗਣ ਦੀ ਲੋੜ ਨਾ ਪਈ। ਸਭ ਕੁਝ ਅਸੀਂ ਆਪਣੇ ਆਪ ਕਰਨ ਲੱਗ ਪਏ ਅਤੇ ਸਭ ਕੁਝ ਆਪਣੇ ਆਪ ਸਾਡੇ ਕੋਲ ਪਹੁੰਚ ਜਾਂਦਾ। ਸਾਡੀ ਇਸ ਤਬਦੀਲੀ ਵਿੱਚ ਸਭ ਤੋਂ ਵੱਧ ਖੁਸ਼ੀ ਜਿਸ ਵਿਅਕਤੀ ਨੂੰ ਹੋਈ ਉਹ ਸੀ ਮਿੰਨੀ ਦੇ ਦਾਦਾ ਜੀ।
ਉਹ ਜਦੋਂ ਵੀ ਮਿਲਦੇ ਸਾਡਾ ਹਾਲ ਚਾਲ ਜ਼ਰੂਰ ਪੁੱਛਦੇ, ਸਾਨੂੰ ਹੋਰ ਮਿਹਨਤ ਕਰਨ ਦੀ ਤਾਕੀਦ ਕਰਦੇ। ਕਦੇ ਕਹਿੰਦੇ ਰੱਬ ਸਾਡੀ ਮਿਹਨਤ ਨੂੰ ਭਾਗ ਲਾਵੇ, ਕਦੇ ਆਖਦੇ ਖਵਾਜਾ ਬਰਕਤ ਪਾਵੇ। ਅਸੀਂ ਉਹਨਾਂ ਦੀ ਹਰ ਗੱਲ ਨੂੰ ਮਖੌਲ ਵਿੱਚ ਲੈਂਦੇ। ਪਿਛਲੇ ਸਾਲ ਉਹ ਇਸ ਦੁਨੀਆ ਤੋਂ ਚਲੇ ਗਏ। ਉਹਨਾਂ ਦੇ ਜਾਣ ਬਾਅਦ ਹੀ ਸਾਨੂੰ ਪਤਾ ਲੱਗਿਆ ਕਿ ਖਵਾਜਾ ਖਿਜਰ ਦੇ ਨਾਂ ਉੱਪਰ ਉਹ ਰੁੱਖਾ ਲਿਖਣ ਵਾਲਾ ਖਵਾਜਾ ਖਿਜਰ ਅਸਲ ਵਿੱਚ ਨਿੰਨੀ ਦੇ ਦਾਦਾ ਜੀ ਸਨ। ਕੌਣ ਸਨ ਬੱਚੇ ਇੱਥੇ ਖਵਾਜਾ ਖਿਜਰ ਜੀ? ਨਿੰਨੀ ਦੇ ਦਾਦਾ ਜੀ। ਸੋ ਬੱਚੇ ਇੱਥੇ ਆਪਣਾ ਪਾਠ ਖਤਮ ਹੁੰਦਾ ਹੈ। ਅਤੇ ਹੁਣ ਮੈਂ ਤੁਹਾਨੂੰ 2 ਕੁਐਸਚਨ ਹੋਰ ਪੁੱਛਾਂਗੀ ਅਤੇ ਉਹਨਾਂ ਦੇ ਤੁਸੀਂ ਆਨਸਰ ਲਿਖਣੇ ਹਨ। ਖਵਾਜਾ ਕਿਸ ਨੂੰ ਕਹਿੰਦੇ ਹਨ? ਦੂਜਾ ਗਿੱਦੜ ਸਿੰਘੀ ਕਿਸ ਨੂੰ ਕਹਿੰਦੇ ਹਨ? ਇਹਨਾਂ ਬੱਚੇ 5 ਕੁਐਸਚਨਾਂ ਦੇ ਉੱਤਰ ਤੁਸੀਂ ਆਪਣੀ ਸ਼ੀਟ ਦੇ ਵਿੱਚ ਲਿਖਣੇ ਹਨ। ਸੋ ਇਸ ਪਾਠ ਨੂੰ ਪੜ੍ਹਨਾ ਹੈ, ਯਾਦ ਕਰਨਾ ਹੈ। ਸੋ ਵੀ ਵਿਲ ਮੀਟ ਇਨ ਦਾ ਨੈਕਸਟ ਕਲਾਸ। ਥੈਂਕ ਯੂ ਸੋ ਮਚ ਬੱਚੇ। ਹੈਵ ਅ ਨਾਈਸ ਡੇ।